ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ YouTube ਚੈਨਲ ਪੰਜਾਬੀ ਸਟੋਰੀ ਟੇਸ਼ਨ ਤੇ ਮੈਂ ਤੁਹਾਡੀ ਜੱਸੀ ਸੰਧੂ। ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਰਵਿੰਦਰਨਾਥ ਟੈਗੋਰ ਜੀ ਦੀ ਲਿਖੀ ਹੋਈ ਬਹੁਤ ਹੀ ਪਿਆਰੀ ਕਹਾਣੀ ਪੌਂਦੂ ਮੁੰਡਾ। ਸੰਧਿਆ ਪੈਂਦਿਆਂ ਹੀ ਹਨੇਰੀ ਜ਼ੋਰ ਦੀ ਵਗਣ ਲੱਗ ਪਈ। ਹਵਾ ਦੀ ਛਾਂ ਛਾਂ, ਬਰਖਾ ਦੀ ਟਿਪ ਟਿਪ, ਬੱਦਲਾਂ ਦੀ ਕੜਕ ਤੇ ਬਿਜਲੀ ਦੀ ਚਮਕ ਤੋਂ ਤਾਂ ਇਹੋ ਜਾਪਦਾ ਸੀ ਕਿ ਜੋ ਕਿਧਰੇ ਅਸਮਾਨ ਵਿੱਚ ਦੇਵਤਿਆਂ ਤੇ ਦੈਂਤਾਂ ਦਾ ਭਿਆਨਕ ਯੁੱਧ ਛਿੜ ਪਿਆ ਏ। ਕਾਲੇ ਕਾਲੇ ਬੱਦਲ ਮੌਤ ਦੇ ਝੰਡੇ ਵਾਂਗ ਅਸਮਾਨ ਵਿੱਚ ਇੱਧਰੋਂ ਉੱਧਰੋਂ ਤੇ ਇਸਰੋਂ ਉੱਧਰ ਉੱਡ ਰਹੇ ਸਨ ਤੇ ਗੰਗਾ ਮਾਤਾ ਵਿੱਚ ਹੜ੍ਹ ਇੱਕ ਵਾਰੀ ਤਾਂ ਰਾਈਆਂ ਦੀ ਸੁੱਧ ਬੁੱਧ ਭੁਲਾ ਦਿੰਦਾ ਤੇ ਇਸ ਦਰਿਆ ਕੰਢੇ ਦੇ ਬਾਗਾਂ ਵਿੱਚ ਜਿਹੜੇ ਬ੍ਰਿਸ਼ ਬੂਟੇ ਸਨ ਉਹ ਹੌਕੇ ਭਰਦੇ ਆਪਣੀਆਂ ਟਾਹਣੀਆਂ ਨੂੰ ਸੁਦਾਈਆਂ ਵਾਂਗ ਇੱਧਰ ਉੱਧਰ ਮਾਰ ਰਹੇ ਸਨ। ਇਹੋ ਜਿਹੇ ਸਮੇਂ ਚੰਦਰ ਨਗਰ ਦੇ ਲਾਗੇ ਦਰਿਆ ਦੇ ਕੰਢੇ ਦੀ ਇੱਕ ਸੁੰਦਰ ਕੋਠੀ ਦੇ ਇੱਕ ਬੰਦ ਕਮਰੇ ਵਿੱਚ ਇੱਕ ਪਤੀ ਤੇ ਪਤਨੀ ਬੈਠੇ ਕਿਸੇ ਜ਼ਰੂਰੀ ਮਾਮਲੇ 'ਤੇ ਵਿਚਾਰ ਕਰ ਰਹੇ ਹਨ। ਸ਼ਰਤ ਨੇ ਆਖਿਆ, ਪਿਆਰੀ ਜਾਨ, ਮੈਂ ਚਾਹੁੰਦਾ ਹਾਂ ਜੋ ਤੂੰ ਕੁਝ ਦਿਨ ਹੋਰ ਇੱਥੇ ਠਹਿਰੇ ਤਾਂ ਜੋ ਪੂਰੀ ਤਕੜੀ ਹੋ ਕੇ ਘਰ ਮੁੜੇ। ਕੀਰਾ ਆਖ ਰਹੀ ਸੀ, ਮੈਂ ਬਿਲਕੁਲ ਰਾਜੀ ਹਾਂ। ਹੁਣ ਮੁੜ ਜਾਣ ਵਿੱਚ ਕੋਈ ਹਰਜ ਨਹੀਂ ਤੇ ਨਾ ਹੀ ਹੋ ਸਕਦਾ ਏ। ਹਰ ਇੱਕ ਗ੍ਰਹਿਸਤੀ ਇਹ ਅਨੁਮਾਨ ਲਾ ਸਕਦਾ ਏ ਕਿ ਜਿਹੜੀ ਗੱਲ ਅਸਾਂ 2 ਸਤਰਾਂ ਵਿੱਚ ਮੁਕਾ ਦਿੱਤੀ ਉਹ ਐਨੇ ਥੋੜ੍ਹੇ ਸ਼ਬਦਾਂ ਵਿੱਚ ਤਾਂ ਨਹੀਂ ਹੋਈ ਹੋਣੀ। ਅਸਾਂ ਨੇ ਤਾਂ ਕੇਵਲ ਤਾਤਪਰਜ ਹੀ ਦੇਣ ਦੀ ਕੀਤੀ ਹੈ, ਨਹੀਂ ਤਾਂ ਉੱਥੇ ਤਾਂ ਢੇਰ ਚਿਰ ਇਹ ਚਰਚਾ ਛਿੜੀ ਪਈ ਹੋਵੇਗੀ। ਦੁਵੱਲੀ ਇਤਨੀਆਂ ਦਲੀਲਾਂ ਆਪਣੇ ਪੱਖ ਦੀ ਸਿੱਧ ਕਰਨ ਲਈ ਦਿੱਤੀਆਂ ਗਈਆਂ ਜੋ ਸਿੱਟੇ 'ਤੇ ਪੁੱਜਣਾ ਅਸੰਭਵ ਹੋ ਗਿਆ ਸੀ। ਅੰਤ ਇਹੋ ਜਾਪਦਾ ਸੀ ਕਿ ਪਤਨੀ ਦੇ ਅਥਰੂ ਵਗਾਉਣ ਤੋਂ ਬਿਨਾਂ ਇਸ ਗੱਲ ਦਾ ਭੋਗ ਹੀ ਨਹੀਂ ਪੈਣਾ। ਸ਼ਰਤ ਨੇ ਇੱਕ ਵਾਰੀ ਫਿਰ ਪੂਰੇ ਜ਼ੋਰ ਨਾਲ ਆਖਿਆ, ਡਾਕਟਰ ਹੋਰਾਂ ਦੀ ਵੀ ਇਹੋ ਰਾਏ ਆ, ਜੋ ਕੁਝ ਦਿਨ ਤੂੰ ਹੋਰ ਇੱਥੇ ਠਹਿਰੇ। ਉਤਨੇ ਹੀ ਜੋਸ਼ ਵਿੱਚ ਅੱਗੋਂ ਕੀਰਾ ਨੇ ਉੱਤਰ ਦਿੱਤਾ, ਤੁਹਾਡੇ ਡਾਕਟਰ ਨੂੰ ਸਭ ਕੁਝ ਪਤਾ ਹੁੰਦਾ ਏ। ਸ਼ਰਤ, ਮੈਨੂੰ ਪਤਾ ਨਹੀਂ ਜੋ ਇਸ ਮੌਸਮ ਵਿੱਚ ਕਿਤਨੇ ਪ੍ਰਕਾਰ ਦੀਆਂ ਬਿਮਾਰੀਆਂ ਸ਼ਹਿਰਾਂ ਵਿੱਚ ਪਈਆਂ ਹੋਈਆਂ ਹਨ। ਜੇ ਤੂੰ 1-2 ਮਹੀਨੇ ਹੋਰ ਇੱਥੇ ਠਹਿਰੇ ਤਾਂ ਕਿਹੀ ਚੰਗੀ ਗੱਲ ਹੋਵੇ। ਕੀਰਾ, ਕੀ ਇੱਥੇ ਕਦੀ ਕੋਈ ਬਿਮਾਰ ਨਹੀਂ ਹੋਇਆ? ਇੱਥੇ ਤਾਂ ਸਾਰੇ ਸਦਾ ਰਾਜੀ ਰਹਿੰਦੇ ਹੋਣਗੇ। ਸੱਚੀ ਗੱਲ ਇਹ ਹੈ ਕਿ ਜੋ ਕੀਰਾ ਦੇ ਨਾਲ ਸਾਰੇ ਟੱਬਰ ਦਾ ਕੀ ਆਂਢੀਆਂ ਗੁਆਂਢੀਆਂ ਦਾ ਵੀ ਵੱਡਾ ਹਿੱਤ ਸੀ ਤੇ ਇਹੋ ਕਾਰਨ ਹੈ ਜਦੋਂ ਉਹ ਰੱਤੀ ਕੁ ਬਿਮਾਰ ਪਈ ਤਾਂ ਸਾਰਿਆਂ ਦੀ ਚਿੰਤਾ ਨਾਲ ਖਾਨੇ ਹੋ ਗਈ। ਜਦੋਂ ਪਿੰਡ ਦੇ ਹੋਰ ਬੁੱਢੇ ਬੁੱਢੀਆਂ ਨੇ ਸੁਣਿਆ ਜੋ ਸ਼ਰਤ ਦਾ ਇਰਾਦਾ ਕੀਰਾਂ ਦੇ ਪਾਣੀ ਬਦਲਦਾ ਏ ਤਾਂ ਵੱਡੀ ਹੈਰਾਨੀ ਨਾਲ ਉਹਨਾਂ ਨੇ ਆਖਿਆ, ਕਲਯੁਗ ਆ ਗਿਆ ਹੈ। ਬੇਸ਼ਰਮੀ ਇੰਨੀ ਵੱਧ ਚੁੱਕੀ ਹੈ, ਕੇਵਲ ਇੱਕ ਵਹੁਟੀ ਦੀ ਖਾਤਰ ਇਸ ਨੂੰ ਹਫੜਾ ਦਫੜੀ ਪਈ ਹੋਈ ਆ। ਕਈਆਂ ਨੇ ਤਾਂ ਸ਼ਰਤ ਨੂੰ ਜਾ ਪੁੱਛਿਆ, ਵੀ ਕਿਉਂ ਭਾਈ, ਅੱਗੇ ਕਿਸੇ ਦੀ ਵਹੁਟੀ ਕਦੇ ਬਿਮਾਰ ਨਹੀਂ ਪਈ? ਕੀ ਤੈਨੂੰ ਪਤਾ ਲੱਗ ਗਿਆ ਹੈ ਜੋ ਜਿੱਥੇ ਤੂੰ ਇਸ ਨੂੰ ਲਿਜਾਣਾ ਚਾਹੁੰਦਾ ਏ ਉੱਥੇ ਦੇ ਬੰਦੇ ਸਦਾ ਜੀਵਦੇ ਰਹਿੰਦੇ ਹਨ? ਕੀ ਤੂੰ ਸਮਝਦਾ ਏ ਕਿ ਜੋ ਕਿਸਮਤ ਦੇ ਲੇਖ ਉੱਥੇ ਜਾ ਕੇ ਮਿਟ ਸਕਦੇ ਹਨ? ਪਰੰਤੂ ਸ਼ਰਤ ਤੇ ਉਸਦੀ ਮਾਤਾ ਨੇ ਇਸ ਭਲੇ ਲੋਕਾਂ ਦੀ ਇੱਕ ਵੀ ਨਾ ਸੁਣੀ। ਉਹ ਸਮਝਦੇ ਸਨ ਜੋ ਉਹਨਾਂ ਦੀ ਪਿਆਰੀ ਕੀਰਾਂ ਦੀ ਜਾਨ ਸਾਰੇ ਪਿੰਡ ਦੀ ਮਿਲਵੀਂ ਸੋਚ ਤੇ ਅਕਲ ਤੋਂ ਵਧੇਕ ਕੀਮਤੀ ਏ। ਸੱਚ ਹੈ, ਜਦੋਂ ਆਪਣੇ ਘਰ ਆ ਬਣਦੀ ਹੈ ਤਦ ਲੋਕੀ ਐਵੇਂ ਹੀ ਦੂਜਿਆਂ ਦੀ ਅਕਲ ਦੀ ਪਰਵਾਹ ਕੀਤਾ ਕਰਦੇ ਹਨ। ਮੁੱਕਦੀ ਗੱਲ ਇਹ ਜੋ ਸ਼ਰਤ ਹੋਰੀ ਕੀਰਾਂ ਨੂੰ ਚੰਦਰ ਨਗਰ ਲੈ ਹੀ ਗਏ ਤੇ ਰੱਬ ਦੀ ਕੁਦਰਤ ਉਹ ਉੱਥੇ ਛੇਤੀ ਰਾਜੀ ਵੀ ਹੋ ਗਈ, ਭਾਵੇਂ ਹਾਲਾਂ ਕਮਜ਼ੋਰੀ ਬਹੁਤੀ ਸੀ। ਅਜੇ ਤਾਂ ਉਸਦਾ ਮੂੰਹ ਭੂਕ ਵਰਗਾ ਪੀਲਾ ਸੀ, ਅੱਖਾਂ ਵਿੱਚ ਵੜੀਆਂ ਹੋਈਆਂ ਸਨ ਤੇ ਕੇਵਲ ਹੱਡੀਆਂ ਦੀ ਮੁੱਠੀ ਹੀ ਰਹਿ ਗਈ ਸੀ ਜਿਸ ਨੂੰ ਵੇਖ ਕੇ ਤਰਸ ਆਉਂਦਾ ਸੀ। ਸ਼ਰਤ ਦਾ ਹਿਰਦਾ ਕੰਬ ਉੱਠਦਾ ਸੀ ਜਦੋਂ ਖਿਆਲ ਆਉਂਦਾ ਸੀ ਜੋ ਕਿਵੇਂ ਉਸਦੀ ਪਿਆਰੀ ਮੌਤ ਦੇ ਮੂੰਹੋਂ ਬਾਹਰ ਨਿਕਲੀ ਹੈ। ਕੀਰਾ ਸਹੇਲੀਆਂ ਵਿੱਚ ਸਦਾ ਹੱਸਦੀ ਖੇਡਦੀ ਰਹਿਣ ਵਾਲੀ ਮੁਟਿਆਰ ਸੀ। ਇਸ ਇਕਾਂਤ ਥਾਂ 'ਤੇ ਉਸਦਾ ਜੀ ਕਿਵੇਂ ਲੱਗਦਾ? ਨਾ ਤਾਂ ਇੱਥੇ ਕੋਈ ਕੰਮ ਕਾਜ ਸੀ ਤੇ ਨਾ ਹੀ ਆਂਢ ਗੁਆਂਢ ਸਹੇਲੀਆਂ ਹੀ ਸਨ ਜਿਨ੍ਹਾਂ ਨਾਲ ਗੱਲਬਾਤ ਕਰਕੇ ਜੀ ਪਰਚਾਉਂਦੀ। ਇੱਥੇ ਤਾਂ ਸਾਰਾ ਦਿਨ ਦਵਾਈਆਂ ਪੀਣ ਜਾਂ ਡਾਕਟਰ ਦੀਆਂ ਦੱਸੀਆਂ ਹੋਈਆਂ ਚੀਜ਼ਾਂ ਖਾਣ ਤੋਂ ਬਿਨਾਂ ਹੋਰ ਕੋਈ ਕੰਮ ਹੀ ਨਹੀਂ ਸੀ ਤੇ ਦਵਾਈਆਂ ਦੀਆਂ ਖੁਰਾਕਾਂ ਹਰ ਘੰਟੇ ਮਗਰੋਂ ਪੀਣ ਜਾਂ ਟਕੋਰਾਂ ਮਾਲਸ਼ਾਂ ਕਰਾਉਣ ਵਿੱਚ ਉਸਨੂੰ ਕੋਈ ਖੁਸ਼ੀ ਹੋ ਹੀ ਨਹੀਂ ਸਕਦੀ ਸੀ। ਇਸ ਲਈ ਜਦ ਰਾਤੀ ਉੱਠਣ ਬੈਠਣ ਜੋਗੀ ਹੋਈ ਤਾਂ ਘਰ ਮੁੜਨ ਦੀ ਅੜੀ ਬੰਨ੍ਹ ਦਿੱਤੀ ਤੇ ਅੱਜ ਸੰਧਿਆ ਨੂੰ ਵੀ ਉਹ ਐਸੇ ਗੱਲ 'ਤੇ ਜਿੱਦ ਕਰ ਰਹੀ ਸੀ। ਜਦ ਤੋੜੀ ਤਾਂ ਕੀਰਾਂ ਦਲੀਲਾਂ ਦੇ ਕੇ ਗੱਲਬਾਤ ਕਰਦੀ ਰਹੀ। ਸ਼ਰਤ ਵੀ ਉਸੇ ਤਰ੍ਹਾਂ ਹੀ ਉੱਤਰ ਦਿੰਦਾ ਰਿਹਾ।
ਪਰ ਜਦ ਉਹ ਉਦਾਸ ਤੇ ਨਿਰਾਸ਼ ਹੋ ਮੂੰਹ ਦੂਜੇ ਪਾਸੇ ਮੋੜ ਬੈਠੀ, ਸ਼ਰਤ ਹੋਰੀ ਵੀ ਘਬਰਾ ਗਏ। ਬਿਨਾਂ ਕਿਸੇ ਦਲੀਲ ਹੁਜਤ ਦੇ ਉਹਦੀ ਗੱਲ ਮੰਨਣ ਨੂੰ ਤਿਆਰ ਹੀ ਸਨ। ਜਦੋਂ ਨੌਕਰ ਨੇ ਆ ਕੇ ਬੰਦ ਤਾਕਾਂ ਵਿੱਚੋਂ ਆਵਾਜ਼ ਦਿੱਤੀ। ਸ਼ਰਤ ਨੇ ਜਦ ਉੱਠ ਕੇ ਬੂਹਾ ਖੋਲ੍ਹਿਆ ਤਾਂ ਨੌਕਰ ਨੇ ਦੱਸਿਆ ਜੋ ਹੜ੍ਹ ਦੇ ਕਾਰਨ ਦਰਿਆ ਵਿੱਚ ਇੱਕ ਬੇੜੀ ਉਲਟ ਗਈ ਏ। ਮੁਸਾਫਰਾਂ ਵਿੱਚੋਂ ਇੱਕ ਬ੍ਰਾਹਮਣ ਮੁੰਡਾ ਤਰ ਕੇ ਉਹਨਾਂ ਦੀ ਬਾਗ ਦੀ ਕੰਢੇ ਆ ਲੱਗਾ ਏ। ਇਹ ਸੁਣ ਕੇ ਕੀਰਾਂ ਮੁੜ ਪਿਆਰ ਦੀ ਮੂਰਤੀ ਹੋ ਗਈ ਤੇ ਆਪਣੇ ਕਮਰੇ ਵਿੱਚ ਹੀ ਉਸ ਨੂੰ ਬੁਲਵਾ ਭੇਜਿਆ। ਬਕਸ ਵਿੱਚੋਂ ਸੁੱਕੇ ਕੱਪੜੇ ਕੱਢ ਕੇ ਪਵਾਏ ਤੇ ਗਰਮ ਦੁੱਧ ਦਾ ਗਲਾਸ ਪਿਲਾ ਕੇ ਉਸ ਨੂੰ ਧੀਰਜ ਦਿੱਤੀ। ਵੇਖਣ ਭਾਲਣ ਨੂੰ ਮੁੰਡਾ ਚੰਗਾ ਦਿਸਦਾ ਸੀ। ਅਜੇ ਦਾੜੀ ਮੁੱਛ ਫੁੱਟੀ ਨਹੀਂ ਸੀ ਤੇ ਲੰਮੀਆਂ ਲੰਮੀਆਂ ਕੁੰਡਲਦਾਰ ਜ਼ੁਲਫਾਂ ਤੇ ਮੋਟੀਆਂ ਮੋਟੀਆਂ ਅੱਖਾਂ ਉਸ ਦੀ ਸੁੰਦਰਤਾ ਨੂੰ ਵਧਾ ਰਹੀਆਂ ਹਨ। ਦੁੱਧ ਦਾ ਗਲਾਸ ਪਿਲਾ ਕੇ ਕੀਰਾਂ ਨੇ ਉਸ ਤੋਂ ਉਸ ਦਾ ਸਮਾਚਾਰ ਪੁੱਛਿਆ ਤੇ ਉਸਨੇ ਦੱਸਿਆ ਕਿ ਉਸ ਦਾ ਨਾਂ ਨੀਲਕੰਤਾ ਹੈ ਤੇ ਉਹ ਰਾਸਧਾਰੀਆਂ ਦੀ ਟੋਲੀ ਵਿੱਚੋਂ ਹੈ। ਉਹ ਨਾਲ ਦੇ ਪਿੰਡ ਰਾਸ ਪਾਉਣ ਲਈ ਆ ਰਹੇ ਸਨ ਜਦੋਂ ਉਹਨਾਂ ਦੀ ਬੇੜੀ ਉਲਟ ਗਈ ਸੀ। ਉਸ ਨੂੰ ਕੁਝ ਪਤਾ ਨਹੀਂ ਸੀ ਜੋ ਉਸ ਦੇ ਸਾਥੀਆਂ ਨਾਲ ਕੀ ਬੀਤੀ, ਪਰ ਚੰਗਾ ਤਾਰੂ ਹੋਣ ਕਰਕੇ ਉਹ ਆਪ ਕੰਢੇ ਲੱਗ ਗਿਆ ਸੀ। ਕੀਰਾਂ ਨੇ ਉਸ ਨੂੰ ਪਿਆਰ ਕੀਤਾ ਤੇ ਉੱਥੇ ਉਹਨਾਂ ਦੇ ਕੋਲ ਹੀ ਟਿਕ ਪਿਆ। ਸ਼ਰਤ ਨੇ ਵੀ ਇਸ ਖਿਆਲ ਨਾਲ ਉਸ ਦੇ ਇਸ ਸਮੇਂ ਆਉਣ ਨੂੰ ਚੰਗਾ ਸਮਝਿਆ ਜੋ ਉਸ ਦੀ ਵਹੁਟੀ ਦਾ ਜੀ ਪਰਚ ਜਾਵੇਗਾ ਤੇ ਕੁਝ ਸਮਾਂ ਹੋਰ ਉਹ ਇੱਥੇ ਰਹਿਣ ਨੂੰ ਰਾਜੀ ਹੋ ਜਾਵੇਗੀ। ਸੱਸ ਇਸ ਲਈ ਮੁੰਡੇ ਨੂੰ ਚਾਹੁਣ ਲੱਗ ਪਈ ਕਿ ਜੋ ਇੱਕ ਬ੍ਰਾਹਮਣ ਦੀ ਸੇਵਾ ਕਰਕੇ ਉਸ ਦੀ ਪ੍ਰਸੰਨਤਾ ਲੈਣ ਦਾ ਅਵਸਰ ਹੱਥ ਆ ਗਿਆ ਹੈ। ਨੀਲਕੰਤਾ ਖੁਸ਼ ਸੀ ਜੋ ਨਾ ਕੇਵਲ ਮੌਤ ਦੇ ਮੂੰਹੋਂ ਬਚ ਨਿਕਲਿਆ ਸੀ ਜਾਂ ਰਾਸਤਾਰੀ ਗੁਰੂ ਦੀ ਮਾਰਕੁੱਟ ਤੋਂ ਖਲਾਸੀ ਮਿਲੀ ਸੀ, ਸਗੋਂ ਸਾਰਿਆਂ ਕੋਲੋਂ ਵਧੇਕ ਉਸ ਨੂੰ ਖੁਸ਼ੀ ਇਸ ਗੱਲ ਦੀ ਸੀ ਕਿ ਜੋ ਇੱਕ ਅਮੀਰ ਘਰ ਵਿੱਚ ਥਾਂ ਮਿਲ ਗਈ ਸੀ। ਪਰੰਤੂ ਥੋੜ੍ਹੇ ਦਿਨਾਂ ਦੇ ਮਗਰੋਂ ਹੀ ਸ਼ਰਤ ਤੇ ਉਸ ਦੀ ਮਾਤਾ ਦੋਵੇਂ ਚਾਹੁਣ ਲੱਗ ਪਏ ਜੋ ਉੱਥੋਂ ਟੁਰ ਜਾਵੇ। ਕਾਰਨ ਇਹ ਸੀ ਕਿ ਜੋ ਨੀਲਵੰਤਾ ਦੀਆਂ ਆਦਤਾਂ ਉਹਨਾਂ ਨੂੰ ਚੰਗੀਆਂ ਨਾ ਲੱਗੀਆਂ, ਉਹ ਚੋਰੀ ਚੋਰੀ ਸ਼ਰਤ ਦੇ ਹੁੱਕੇ ਦੇ ਸੂਟੇ ਲਾਉਣ ਲੱਗ ਪਿਆ। ਮਾਲਕ ਦਾ ਰੇਸ਼ਮੀ ਛਾਤਾ ਵਸਦੀ ਬਾਰਿਸ਼ ਵਿੱਚ ਲਿਜਾ ਕੇ ਖਰਾਬ ਕਰਕੇ ਲੈ ਆਉਂਦਾ ਤੇ ਹਰ ਕਿਸੇ ਨਾਲ ਦੋਸਤੀ ਗੰਢਣ ਲੱਗ ਪਿਆ। ਇਹਨਾਂ ਤੋਂ ਛੁੱਟ ਉਸਨੇ ਇੱਕ ਕੁੱਤਾ ਵੀ ਰੱਖ ਲਿਆ ਸੀ ਜਿਹੜਾ ਚਿੱਕੜ ਭਰੇ ਪੈਰਾਂ ਨਾਲ ਸ਼ਰਤ ਦੇ ਕਮਰੇ ਵਿੱਚ ਵੜ ਕੇ ਉਸ ਦੇ ਬਿਸਤਰੇ ਨੂੰ ਖਰਾਬ ਕਰ ਜਾਂਦਾ। ਇੱਥੇ ਹੀ ਬਸ ਨਹੀਂ, ਹਰ ਉਮਰ ਤੇ ਕੱਦ ਦੇ ਕਿੰਨੇ ਹੀ ਮੁੰਡੇ ਉਸਨੇ ਆਪਣੇ ਨਾਲ ਰਲਾ ਲਏ, ਜਿਸ ਦਾ ਸਿਟਾਏ ਨਿਕਲਿਆ ਕਿ ਜੋ ਉਸ ਵਰੇ ਇਹਨਾਂ ਹੱਥੋਂ ਕਿਸੇ ਬਾਗ ਵਿੱਚ ਵੀ ਫਲ ਪੱਕਣ ਦੀ ਆਸ ਨਾ ਰਹੀ। ਇਹ ਮੰਨਣਾ ਪਵੇਗਾ ਕਿ ਜੋ ਇਸ ਤਰ੍ਹਾਂ ਉਸ ਨੂੰ ਵਿਗਾੜਨ ਵਿੱਚ ਕੀਰਾਂ ਦਾ ਵੀ ਚੋਖਾ ਹੱਥ ਸੀ ਤੇ ਉਸ ਦੇ ਲਾਡ ਨੇ ਮੁੰਡੇ ਨੂੰ ਸਿਰੇ ਚਾੜ ਰੱਖਿਆ ਸੀ। ਸ਼ਰਤ ਨੇ ਕਿਤਨੀ ਵਾਰੀ ਕੀਰਾਂ ਨੂੰ ਇਸ ਗੱਲ ਦਾ ਸਮਝਾਉਣ ਦਾ ਯਤਨ ਕੀਤਾ, ਪਰ ਕੋਈ ਸਫਲਤਾ ਨਾ ਹੋਈ। ਸ਼ਰਤ ਦੇ ਪੁਰਾਣੇ ਤੇ ਕਈ ਵਾਰ ਨਵੇਂ ਕੱਪੜੇ ਪਵਾ ਕੇ ਉਸਨੇ ਮੁੰਡੇ ਨੂੰ ਆਕੜ ਖਾਨ ਬਣਾ ਦਿੱਤਾ ਸੀ ਤੇ ਸਦਾ ਉਸ ਨੂੰ ਆਪਣੇ ਕਮਰੇ ਵਿੱਚ ਬੁਲਾ ਕੇ ਪਿਆਰ ਕਰਦੀ ਰਹਿੰਦੀ ਸੀ, ਕਿਉਂ ਜੋ ਉਹ ਉਸ ਦੀ ਬਾਬਤ ਪੂਰੇ ਹਾਲ ਸੁਣਨਾ ਚਾਹੁੰਦੀ ਸੀ ਤੇ ਉਸ ਦੇ ਦਿਲ ਵਿੱਚ ਮੁੰਡੇ ਲਈ ਕੁਝ ਕੁ ਖਿੱਚ ਹੋ ਗਈ ਸੀ। ਇਸ਼ਨਾਨ ਤੇ ਦੁਪਹਿਰ ਦੇ ਮਗਰੋਂ ਜਦੋਂ ਆਪ ਪਲੰਘ ਤੇ ਪਾਨਾਂ ਦੀ ਡੱਬੀ ਲੈ ਕੇ ਬੈਠਦੀ ਤਾਂ ਉਸ ਦੀ ਦਾਸੀ ਉਸ ਦੇ ਕੇਸਾਂ ਨੂੰ ਤੇਲ ਲਾ ਕੰਘੀ ਕਰ ਸਵਾਰਦੀ ਤੇ ਗੁੱਤ ਕਰਦੀ ਸੀ। ਤਦੋਂ ਨੀਲਕੰਤਾ ਉਸ ਦੇ ਸਾਹਮਣੇ ਖਲੋ ਕੇ ਸੁਰ ਤੇ ਤਾਲ ਨਾਲ ਉਹ ਭਜਨ ਗਾ ਕੇ ਉਸ ਨੂੰ ਪ੍ਰਸੰਨ ਕਰਦਾ ਸੀ ਜਿਹੜੇ ਰਾਸਧਾਰੀਆਂ ਦੀ ਟੋਲੀ ਵਿੱਚ ਉਸਨੇ ਸਿੱਖੇ ਸਨ। ਇਸ ਪ੍ਰਕਾਰ ਪਰਛਾਵੇਂ ਟਲ ਜਾਂਦੇ ਤੇ ਦਿਨ ਬਤੀਤ ਹੋ ਜਾਂਦਾ। ਬਸ ਨਿੱਤ ਦੀ ਇਹੋ ਕਾਰ ਬਣ ਗਈ। ਕਦੇ ਕਦੇ ਸ਼ਰਤ ਨੂੰ ਵੀ ਉੱਥੇ ਬੈਠਣ ਤੇ ਰਾਗ ਸੁਣਨ ਨੂੰ ਆਖਦੀ ਸੀ, ਪਰ ਉਸਦੇ ਦਿਲ ਵਿੱਚ ਨੀਲੀ ਹੁਣ ਇਤਨੀ ਕਿਰਨਾ ਸੀ ਜੋ ਉਸਨੇ ਕਦੇ ਵੀ ਵੋਟੀ ਦੀ ਇਸ ਬੇਨਤੀ ਨੂੰ ਪ੍ਰਵਾਨ ਨਾ ਕੀਤਾ। ਇਹ ਹੈ ਵੀ ਸੀ ਚੰਗਾ, ਕਿਉਂ ਜੋ ਸ਼ਰਤ ਦੇ ਸਾਹਮਣੇ ਨੀਲਕੰਤਾ ਨੇ ਘਬਰਾ ਜਾਣਾ ਸੀ ਤੇ ਕੁਝ ਵੀ ਗਾ ਨਹੀਂ ਸੀ ਸਕਣਾ। ਉਸ ਦੀ ਮਾਤਾ ਕਦੇ ਕਦੇ ਭਜਨਾਂ ਵਿੱਚ ਪਰਮੇਸ਼ਰ ਦੇ ਨਾਮ ਦੇ ਸੁਣਨ ਦੇ ਖਿਆਲ ਨਾਲ ਆ ਤਾਂ ਬੈਠਦੀ ਸੀ, ਪਰੰਤੂ ਦੁਪਹਿਰ ਵੇਲੇ ਸੌਣ ਦੀ ਉਸ ਨੂੰ ਵਾਤੀ ਸੀ, ਇਸ ਲਈ ਉੱਥੇ ਬੈਠਿਆਂ ਕੂਕ ਸੌਂ ਜਾਂਦੀ। ਸ਼ਰਤ ਕਿਤਨੀ ਵਾਰੀ ਮੁੰਡੇ ਨੂੰ ਝਿੜਕਦਾ, ਚਪੇੜਾ ਮਾਰਦਾ, ਕੰਨ ਖਿੱਚਦਾ, ਪਰ ਰਾਸਤਾਰੀਆਂ ਦੀ ਟੋਲੀ ਵਿੱਚ ਉਹ ਇਤਨੀ ਮਾਰ ਕੁਟਾਈ ਦਾ ਹਿੱਲਿਆ ਹੋਇਆ ਸੀ ਜੋ ਇਸ ਮਾਰ ਉਸ ਨੂੰ ਰਤੀ ਵੀ ਨਾ ਪਾਉਂਦੀ। ਥੋੜ੍ਹੀ ਜਿਹੀ ਉਮਰ ਦੇ ਤਜਰਬੇ ਨੇ ਉਸ ਨੂੰ ਸਿਖਾ ਦਿੱਤਾ ਸੀ ਜੋ ਜਿਵੇਂ ਸੰਸਾਰ ਖੁਸ਼ਕੀ ਤੇ ਪਾਣੀ ਦਾ ਬਣਿਆ ਹੋਇਆ, ਤਿਵੇਂ ਹੀ ਇੱਕ ਪੁਰਸ਼ ਦੀ ਜ਼ਿੰਦਗੀ ਖਾਣ ਪੀਣ ਤੇ ਮਾਰ ਕੁਟਾਈ ਦੀ ਬਣੀ ਹੋਈ ਏ, ਸਗੋਂ ਮਾਰ ਕੁਟਾਈ ਵਧੀਕ ਹੈ। ਨੀਲਕੰਤਾ ਦੀ ਉਮਰ ਕੀ ਸੀ? ਇਹ ਸਵਾਲ ਕੋਈ ਸੌਖਾ ਨਹੀਂ ਸੀ। ਜੇ 14 ਜਾਂ 15 ਦੇ ਲਗਭਗ ਆਖੀਏ ਤਾਂ ਵੇਖਣ ਵਿੱਚ ਉਹ ਵੱਡਾ ਪ੍ਰਤੀਤ ਹੁੰਦਾ ਸੀ, ਜੇ 17-18 ਆਖੀਏ ਤਾਂ ਇਸ ਤੋਂ ਨਿੱਕਾ ਜਾਪਦਾ ਸੀ। ਸ਼ਕਲ ਸੂਰਤ ਵੇਖ ਕੇ ਉਹ ਅਨੁਮਾਨ ਲੱਗਦਾ ਸੀ ਜੋ ਜਾਂ ਤੇ ਉਹ ਬਹੁਤ ਛੇਤੀ ਉਹ ਗੱਭਰੂ ਬਣ ਗਿਆ ਹੈ ਤੇ ਜਾਂ ਫਿਰ ਬਹੁਤ ਚਿਰ ਮੁੰਡਾ ਹੀ ਰਿਹਾ ਹੈ। ਅਸਲ ਗੱਲ ਇਹ ਹੈ ਜੋ ਅਜੇ ਮੁੰਡਾ ਹੀ ਸੀ ਜਦੋਂ ਉਹ ਰਾਸਧਾਰੀਆਂ ਵਿੱਚ ਰਲ ਗਿਆ ਸੀ ਤੇ ਇੱਥੇ ਉਸ ਨੂੰ ਰਾਧਿਕਾ, ਦਮਯੰਤੀ ਤੇ ਸੀਤਾ ਦੇ ਸਾਂਗ ਉਤਾਰਨੇ ਪੈਂਦੇ ਸਨ। ਇਸ ਲਈ ਕਾਰਸਾਜ਼ ਰੱਬ ਨੇ ਉਸ ਦਾ ਕੱਦ ਇਤਨਾ ਹੀ ਰਹਿਣ ਦਿੱਤਾ ਜਿਤਨੇ ਕੁ ਦੀ ਉਸ ਦੇ ਮਾਲਕ ਨੂੰ ਲੋੜ ਸੀ। ਬਸ ਇਸ ਤੋਂ ਅੱਗੇ ਉਸ ਦਾ ਵਾਧਾ ਰੁਕ ਗਿਆ।
ਨੀਲਕੰਠਾ ਨੂੰ ਸਾਰੇ ਨਿੱਕਾ ਸਮਝਦੇ ਸਨ ਤੇ ਉਹ ਆਪ ਵੀ ਨਿੱਕਾ ਹੀ ਬਣਿਆ ਹੋਇਆ ਸੀ। ਇਸ ਲਈ ਉਸ ਦਾ ਉਹ ਆਦਰ ਨਹੀਂ ਕੀਤਾ ਜਾਂਦਾ ਸੀ ਜਿਹੜਾ ਉਸ ਦੀ ਉਮਰ ਦੇ ਪੁਰਸ਼ਾਂ ਦਾ ਕੀਤਾ ਜਾਂਦਾ ਹੈ। ਕੁਦਰਤੀ ਤੇ ਬਨਾਵਟੀ ਕਾਰਨਾਂ ਕਰਕੇ ਉਸ ਦੀ ਉਮਰ ਦਾ ਬਹੁਤਿਆਂ ਨੂੰ ਭੁਲੇਖਾ ਲੱਗਦਾ ਸੀ। ਹੁੱਕਾ ਪੀਣ ਤੇ ਵੱਡਿਆਂ ਵਾਂਗ ਗੱਲਾਂ ਕਰਨ ਕਰਕੇ ਤਾਂ ਉਹ ਵੱਡਾ ਜਾਪਦਾ ਸੀ, ਪਰੰਤੂ ਉਸ ਦੀਆਂ ਅੱਖਾਂ ਵਿੱਚੋਂ ਅਜੇ ਬਚਪਨ ਦੀ ਝਲਕ ਪੈਂਦੀ ਸੀ। ਮੇਰਾ ਆਪਣਾ ਖਿਆਲ ਤਾਂ ਇਹ ਹੈ ਜੋ ਦਿਲ ਉਸ ਦਾ ਤਾਂ ਅਜੇ ਜਵਾਨ ਸੀ, ਪਰੰਤੂ ਲੋਕਾਂ ਦੇ ਸਾਹਮਣੇ ਸਾਂਗ ਬਣਨ ਕਰਕੇ ਉਸ ਦੀ ਬਾਹਰਲੀ ਸੂਰਤ ਸ਼ਕਲ ਸਮੇਂ ਤੋਂ ਪਹਿਲਾਂ ਹੀ ਵੱਡਿਆਂ ਵਾਲੀ ਹੋ ਗਈ ਸੀ। ਹੁਣ ਸ਼ਰਦ ਦੇ ਘਰ ਤੇ ਬਾਗ ਦੀ ਇਕਾਂਤ ਥਾਂ ਵਿੱਚ ਕੁਦਰਤ ਨੂੰ ਵੀ ਆਪਣੇ ਕੰਮ ਕਰਨ ਦਾ ਚੰਗਾ ਸਮਾਂ ਮਿਲ ਗਿਆ ਸੀ। ਉਹ ਝਟਪਟ ਹੀ ਵਧਣ ਲੱਗ ਪਿਆ ਤੇ ਹੁਣ ਸ਼ਕਲ ਸੂਰਤ ਤੋਂ 17-18 ਵਰ੍ਹਿਆਂ ਦੀ ਉਮਰ ਦਾ ਕੋਈ ਸ਼ੱਕ ਸ਼ੁਬਾ ਹੀ ਨਾ ਰਿਹਾ। ਇਸ ਗੱਲ ਦੀ ਪਹਿਲੀ ਨਿਸ਼ਾਨੀ ਇਹ ਪ੍ਰਗਟ ਹੋਈ ਜੋ ਹੁਣ ਜਦ ਕੀਰਾ ਅੱਗੇ ਵਾਂਗ ਮੁੰਡੇ ਵਾਲਾ ਸਲੂਕ ਉਸ ਦੇ ਨਾਲ ਕਰਦੀ ਤਾਂ ਉਹ ਸ਼ਰਮਾ ਜਾਂਦਾ। ਇੱਕ ਦਿਨ ਜਦ ਹਾਸੇ ਖੁਸ਼ੀ ਵਿੱਚ ਕੀਰਾ ਨੇ ਉਸ ਨੂੰ ਤੀਵੀਂ ਦਾ ਸਾਂਗ ਉਤਾਰਨ ਲਈ ਆਖਿਆ ਤਾਂ ਇਸਤਰੀ ਦੇ ਕੱਪੜੇ ਪਾਉਣ ਦੇ ਖਿਆਲ ਨੇ ਹੀ ਉਸ ਦੇ ਹਿਰਦੇ ਨੂੰ ਦੁਖੀ ਕੀਤਾ, ਭਾਵੇਂ ਉਸ ਨੂੰ ਇਸ ਦਾ ਕਾਰਨ ਕੋਈ ਪਤਾ ਨਹੀਂ ਸੀ। ਇਸ ਲਈ ਜਦ ਹੁਣ ਕੀਰਾ ਉਸ ਨੂੰ ਪੁਰਾਣੇ ਸਾਂਗ ਉਤਾਰਨ ਲਈ ਆਖਦੀ ਤਾਂ ਅੱਖ ਬਚਾ ਕੇ ਉਹ ਖਿਸਕਣ ਦੀ ਕਰਦਾ। ਨੀਲਕੰਠਾ ਦੇ ਦਿਲ ਵਿੱਚ ਕਦੇ ਵੀ ਇਹ ਖਿਆਲ ਹੁਣ ਨਹੀਂ ਆਉਂਦਾ ਸੀ ਜੋ ਅਜੇ ਵੀ ਉਹ ਹੀ ਰਾਸਤਾਰੀ ਮੁੰਡਾ ਹੀ ਹੈ। ਹੁਣ ਤਾਂ ਸ਼ਰਦ ਦੇ ਮੁਨਸ਼ੀ ਕੋਲੋਂ ਉਸਨੇ ਕੁਝ ਪੜ੍ਹਨਾ ਲਿਖਣਾ ਵੀ ਸਿੱਖਣਾ ਆਰੰਭ ਕਰ ਦਿੱਤਾ, ਪਰੰਤੂ ਮੁਨਸ਼ੀ ਨੂੰ ਉਹ ਦਿਲੋਂ ਇਸ ਕਰਕੇ ਚੰਗਾ ਨਹੀਂ ਸੀ ਲੱਗਦਾ ਜੋ ਉਸਦੇ ਮਾਲਕ ਦੀ ਵਹੁਟੀ ਉਸ ਨੂੰ ਬਹੁਤ ਚਾਹੁੰਦੀ ਸੀ। ਇਸ ਕਰਕੇ ਉਸਨੇ ਪੜ੍ਹਨ ਲਿਖਣ ਵਿੱਚ ਕੋਈ ਉੱਨਤੀ ਨਾ ਕੀਤੀ। ਇੱਕ ਹੋਰ ਕਾਰਨ ਇਹ ਵੀ ਸੀ ਜੋ ਮੁੱਢ ਤੋਂ ਹੀ ਉਸ ਨੂੰ ਨੱਚਣ ਕੁੱਦਣ ਦੀ ਵਾਦੀ ਪਈ ਹੋਈ ਸੀ ਤੇ ਇਹੋ ਹੀ ਕੰਮ ਉਸ ਨੂੰ ਸਿਖਾਇਆ ਗਿਆ ਸੀ। ਇਸ ਕਰਕੇ ਉਹ ਆਪਣੇ ਮਨ ਨੂੰ ਬਹੁਤ ਦੇਰ ਸੰਥਾ ਵੱਲ ਟਿਕਾ ਕੇ ਨਹੀਂ ਰੱਖ ਸਕਦਾ ਸੀ। ਹਾਂ, ਕਿਤਨੇ ਹੀ ਘੰਟੇ ਦਰਿਆ ਦੇ ਕੰਢੇ ਕਿਸੇ ਬਿਰਛ ਦੇ ਥੱਲੇ ਪੋਥੀ ਹੱਥ ਵਿੱਚ ਲੈ ਬੈਠਾ ਜ਼ਰੂਰ ਰਹਿੰਦਾ। ਲਹਿਰਾਂ ਕੰਢੇ ਨਾਲ ਟਕਰਾਉਂਦੀਆਂ, ਪੰਖੇਰੂ ਚੀਂ-ਚੀਂ ਕਰਕੇ ਉੱਡਦੇ, ਪਰ ਉਸ ਦਾ ਧਿਆਨ ਰੱਬ ਜਾਣੇ ਕਿੱਥੇ ਸੀ। ਉਹ ਉਹਨਾਂ ਵੱਲ ਇੱਕ ਅੱਖ ਵੀ ਨਾ ਕਰਦਾ, ਭਾਵੇਂ ਉਹ ਇੱਕ ਅੱਖਰ ਵੀ ਨਾ ਪੜ੍ਹੇ। ਉਸ ਨੂੰ ਇਸ ਗੱਲ ਵਿੱਚ ਵੱਡੀ ਖੁਸ਼ੀ ਸੀ ਜੋ ਲੋਕੀ ਵੇਖਦੇ ਹਨ ਜੋ ਉਹ ਪੜ੍ਹ ਰਿਹਾ ਹੈ, ਤੇ ਇਸ ਕਰਕੇ ਜਦ ਕਦੇ ਉਹ ਬੇੜੀ ਉਸ ਦੇ ਕੋਲ ਦੀ ਲੰਘਦੀ ਉਹ ਉੱਚੀ ਉੱਚੀ ਰੌਲਾ ਪਾ ਕੇ ਪੜ੍ਹਨ ਲੱਗ ਪੈਂਦਾ। ਪਰ ਜਦ ਸੁਣਨ ਵਾਲੇ ਅੱਖੋਂ ਓਹਲੇ ਹੁੰਦੇ ਫਿਰ ਉਹਨਾਂ ਹੀ ਖਿਆਲਾਂ ਦੇ ਸਾਗਰ ਵਿੱਚ ਡੁਬਕੀਆਂ ਲਾਉਂਦਾ ਰਹਿੰਦਾ। ਅੱਗੇ ਤਾਂ ਬਿਨਾਂ ਸੋਚੇ ਸਮਝੇ ਤੋਤੇ ਵਾਂਗ ਭਜਨ ਗਾਉਂਦਾ ਰਹਿੰਦਾ ਸੀ, ਪਰ ਹੁਣ ਉਸ ਨੂੰ ਉਹਨਾਂ ਦੇ ਅਰਥਾਂ ਦੀ ਵੀ ਸੋਝੀ ਪੈਣ ਲੱਗ ਪਈ। ਉਸ ਦਾ ਮਨ ਹੁਣ ਉਡਾਰੀਆਂ ਮਾਰ ਕੇ ਉੱਥੇ ਪੁੱਜਦਾ ਜਿੱਥੇ ਸਦਾ ਸੁੱਖ ਤੇ ਆਨੰਦ ਹੈ, ਤੇ ਇਸ ਸੰਸਾਰ ਤੇ ਉਸ ਦੀ ਆਪਣੀ ਜਾਨ ਇੱਕ ਅਰਸ਼ੀ ਰਾਗ ਵਿੱਚ ਬਦਲ ਜਾਂਦੀ ਤੇ ਉੱਕਾ ਹੀ ਭੁੱਲ ਜਾਂਦਾ ਜੋ ਉਹ ਇੱਕ ਰਾਸਤਾਰੀ ਮੁੰਡਾ ਹੈ। ਇਹੋ ਜਿਹੇ ਸਮੇਂ ਦਰਿਆ ਦਾ ਵਗਦਾ ਜਲ, ਪੱਤਰਾਂ ਦੀ ਖੜਖੜ, ਪੰਖੇਰੂਆਂ ਦੀਆਂ ਦਿਲ ਖਿੱਚਵੀਆਂ ਬੋਲੀਆਂ, ਉਸ ਯਤੀਮ ਤੇ ਮਹਿਟਰ ਨੂੰ ਬਚਾਉਣ ਵਾਲੀ ਦੇਵੀ ਦਾ ਰੂਹਾਨੀ ਤੇ ਪਿਆਰਾ ਮੁਖੜਾ, ਸੁੰਦਰ ਚੂੜੀਆਂ ਵਾਲੀਆਂ ਉਸ ਦੀਆਂ ਸੋਹਣੀਆਂ ਬਾਹਾਂ ਤੇ ਫੁੱਲਾਂ ਦੀਆਂ ਪੰਖੜੀਆਂ ਵਾਂਗ ਉਸ ਦੇ ਕੋਮਲ ਪੈਰ ਕਿਸੇ ਜਾਦੂ ਨਾਲ ਉਹਨਾਂ ਲਈ ਇੱਕ ਰਾਗ ਹੀ ਬਣ ਜਾਂਦੇ ਤੇ ਉਸ ਨੂੰ ਆਪਣੀ ਅਸਲੀ ਦਸ਼ਾ ਦੀ ਸੁੱਧ ਬੁੱਧ ਹੀ ਨਾ ਰਹਿੰਦੀ। ਪਰੰਤੂ ਜਦੋਂ ਫਿਰ ਆਪਣੇ ਆਪ ਵਿੱਚ ਆਉਂਦਾ ਤਾਂ ਫਿਰ ਉਹ ਹੀ ਖੁੱਲੀਆਂ ਜ਼ੁਲਫਾਂ ਵਾਲਾ ਰਾਸਤਾਰੀ ਮੁੰਡਾ ਹੀ ਵਿਖਾਈ ਦਿੰਦਾ। ਹਰ ਰੋਜ਼ ਬਾਗਾਂ ਦੇ ਮਾਲਕ ਦੀਆਂ ਨਵੀਆਂ ਸ਼ਿਕਾਇਤਾਂ ਉਸ ਦੇ ਵਿਰੁੱਧ ਸ਼ਰਦ ਦੇ ਕੋਲ ਆਉਂਦੀਆਂ ਤੇ ਨਿੱਤ ਨਵੇਂ ਸੂਰਜ ਉਸ ਨੂੰ ਚਪੇੜਾਂ ਪੈਂਦੀਆਂ, ਪਰੰਤੂ ਸ਼ਰਾਰਤੀ ਮੁੰਡਿਆਂ ਦਾ ਇਹ ਸਰਦਾਰ ਮਾਰ ਕੁਟਾਈ ਸਹਿ ਫਿਰ ਬਾਹਰ ਨਿਕਲ ਜਾਂਦਾ ਤੇ ਧਰਤੀ, ਦਰਿਆ ਤੇ ਬ੍ਰਿਸ਼ਾਂ ਵਿੱਚ ਸ਼ਰਾਰਤਾਂ ਕਰਦਾ ਫਿਰਦਾ। ਨੀਲਕੰਠਾ ਦੇ ਉੱਥੇ ਆਉਣ ਤੋਂ ਕੁਝ ਚਿਰ ਮਗਰੋਂ ਸ਼ਰਦ ਦਾ ਨਿੱਕਾ ਭਰਾ ਸਤੀਸ਼, ਜਿਹੜਾ ਕਲਕੱਤੇ ਕਾਲਜ ਵਿੱਚ ਪੜ੍ਹਦਾ ਸੀ, ਗਰਮੀ ਦੀਆਂ ਛੁੱਟੀਆਂ ਕੱਟਣ ਲਈ ਉੱਥੇ ਹੀ ਆ ਪੁੱਜਾ। ਕੀਰਾ ਤੇ ਸਤੀਸ਼ ਦੋਵੇਂ ਲਗਭਗ ਇੱਕੋ ਉਮਰ ਦੇ ਸਨ, ਇਸ ਲਈ ਹੁਣ ਤਾਂ ਹਾਸੇ ਸਮੇਂ ਖੇਡੇ, ਰੁੱਸਣ ਮੰਨਣ, ਲੜਾਈ ਝਗੜੇ ਆਦਿ ਵਿੱਚ ਖੁਸ਼ੀ ਬਤੀਤ ਹੋਣ ਲੱਗ ਪਿਆ। ਦੇਵਰ ਭਾਬੀ ਦਾ ਆਪੋ ਵਿੱਚ ਚੰਗਾ ਪ੍ਰੇਮ ਤੇ ਹਾਸਾ ਮਖੌਲ ਸੀ। ਕਦੇ ਤਾਂ ਚੁੱਪ ਚਪੀਤੇ ਕੀਰਾ ਪਿੱਛੋਂ ਦੀ ਆ ਕੇ ਮਹਿੰਦੀ ਵਾਲੇ ਹੱਥਾਂ ਨਾਲ ਉਸ ਦੀਆਂ ਅੱਖਾਂ ਮੇਟਦੀ, ਕਦੇ ਉਸ ਦੀ ਪਿੱਠ ਤੇ ਹੌਲੀ ਜਿਹੀ ਬਾਂਦਰ ਲਿਖ ਛੱਡਦੀ ਤੇ ਕਦੇ ਅੰਦਰ ਡਾਕੇ ਬਾਹਰੋਂ ਕੋਠੀ ਦਾ ਦਰਵਾਜ਼ਾ ਬੰਦ ਕਰ ਛੱਡਦੀ ਤੇ ਹੱਸ ਕੇ ਦੋਹਰੀ ਹੁੰਦੀ। ਸਤੀਸ਼ ਵੀ ਆਪਣੇ ਵੱਲੋਂ ਕਿਹੜਾ ਘੱਟ ਕਰਦਾ ਸੀ, ਕਦੇ ਉਸ ਦੀਆਂ ਚਾਬੀਆਂ ਤੇ ਛੱਲਿਆਂ ਨੂੰ ਛੁਪਾ ਕੇ ਉਸ ਨੂੰ ਪਟਾਉਂਦਾ, ਕਦੇ ਉਸ ਦੇ ਪਾਨ ਵਿੱਚ ਮਿਰਚਾਂ ਮਿਲਾ ਛੱਡਦਾ, ਕਦੇ ਸੁੱਤੀ ਪਈ ਨੂੰ ਮੰਜੇ ਵਿੱਚ ਬੰਨ੍ਹ ਜਾਂਦਾ। ਮੁੱਕਦੀ ਗੱਲ ਇਹ ਜੋ ਇਸ ਹਾਸੇ ਖੇਡੇ ਵਿੱਚ ਕੀਰਾ ਨੂੰ ਹੁਣ ਪਤਾ ਵੀ ਨਾ ਲੱਗਦਾ ਜੋ ਸੂਰਜ ਕਦ ਚੜ੍ਹਦਾ ਕਦ ਡੁੱਬਦਾ ਹੈ। ਪਰ ਰੱਬ ਜਾਣੇ ਨੀਲਕੰਠਾ ਦੇ ਦਿਲ ਵਿੱਚ ਇਸ ਸਮੇਂ ਕੀ ਗੁਜ਼ਰ ਰਿਹਾ ਸੀ। ਅੰਦਰੋਂ ਅੰਦਰੀ ਕੁੜ ਕੇ ਉਹ ਕੋਲੇ ਹੋਇਆ ਪਿਆ ਸੀ
ਤੇ ਦਿਲ ਦਾ ਗੁਬਾਰ ਕੱਢਣ ਲਈ ਕਿਸੇ ਪੁਰਸ਼ ਜਾਂ ਚੀਜ਼ ਦੀ ਭਾਲ ਵਿੱਚ ਰਹਿੰਦਾ ਸੀ। ਹੋਰ ਤਾਂ ਕਿਧਰੇ ਉਸ ਦੀ ਪੇਸ਼ ਨਹੀਂ ਚੱਲਦੀ ਸੀ। ਬਸ ਪਿਆ ਤਾਂ ਸਾਥੀ ਮੁੰਡਿਆਂ ਨੂੰ ਕੁੱਟ ਕੱਢਿਆ, ਕੁੱਤੇ ਦੀ ਭੁਗਤ ਸੁਆਰ ਦਿੱਤੀ। ਸੈਰ ਕਰਨ ਜਾਂਦਿਆਂ ਬੈਂਤ ਨਾਲ ਅੱਗੇ ਪਿੱਛੇ ਦੇ ਰੁੱਖਾਂ ਦੇ ਪੱਤਰ ਝਾੜ ਸੁੱਟੇ। ਇਸ ਪ੍ਰਕਾਰ ਉਹ ਆਪਣੇ ਦਿਲ ਦਾ ਗੁਬਾਰ ਕੱਢਦਾ। ਕੀਰਾ ਉਹਨਾਂ ਇਸਤਰੀਆਂ ਵਿੱਚੋਂ ਸੀ ਜਿਹੜੀ ਦੂਜਿਆਂ ਨੂੰ ਖੁਆ ਕੇ ਪ੍ਰਸੰਨ ਹੁੰਦੀਆਂ ਹਨ। ਨੀਲਕੰਠਾ ਚੰਗਾ ਪੇਟੂ ਸੀ ਤੇ ਭਾਵੇਂ ਕਿਤਨਾ ਹੀ ਰੱਜਿਆ ਹੋਵੇ, ਚੰਗੀ ਚੀਜ਼ ਖਾਣ ਤੋਂ ਕਦੇ ਨਾ ਨਹੀਂ ਕਰਦਾ। ਇਸ ਕਰਕੇ ਕੀਰਾ ਉਸ ਨੂੰ ਆਪਣੇ ਕੋਲ ਬੁਲਾ ਕੇ ਰੋਟੀ ਖਵਾਉਂਦੀ ਹੁੰਦੀ ਸੀ ਤੇ ਆਪਣੇ ਆਪ ਨੂੰ ਭਾਗ ਭਰੀ ਸਮਝਦੀ ਸੀ ਜੋ ਇੱਕ ਬ੍ਰਾਹਮਣ ਮੁੰਡੇ ਨੂੰ ਪ੍ਰਸੰਨ ਕਰਨ ਦਾ ਅਵਸਰ ਮਿਲਿਆ ਏ। ਪਰ ਹੁਣ ਜਦ ਸਤੀਸ਼ ਆ ਗਿਆ, ਕੀਰਾ ਨੂੰ ਘੱਟ ਹੀ ਵੇਲ ਮਿਲਦੀ ਸੀ ਜੋ ਉਸ ਨੂੰ ਕੋਲ ਸੱਦ ਕੇ ਰੋਟੀ ਖਵਾਵੇ। ਅੱਗੇ ਤਾਂ ਭਾਵੇਂ ਕੀਰਾ ਮੌਜੂਦ ਹੋਵੇ ਜਾਂ ਨਾ, ਮੁੰਡੇ ਦੀ ਭੁੱਖ ਵਿੱਚ ਕੋਈ ਫਰਕ ਨਹੀਂ ਸੀ ਪੈਂਦਾ ਤੇ ਜਦ ਤੋੜੀ ਪੇਟ ਵਿੱਚ ਰਤੀ ਵੀ ਥਾਂ ਹੁੰਦੀ ਉਹ ਖਾਈ ਜਾਂਦਾ ਸੀ। ਪਰ ਹੁਣ ਜਦੋਂ ਆਪਣੇ ਕੋਲ ਬੁਲਾ ਕੇ ਨਾ ਖਵਾਉਂਦੀ, ਉਸ ਨੂੰ ਰੋਟੀ ਦਾ ਸਵਾਦ ਹੀ ਨਾ ਆਉਂਦਾ ਤੇ ਥੋੜ੍ਹਾ ਜਿਹਾ ਖਾ ਕੇ ਆਖ ਦਿੰਦਾ ਜੋ ਭੁੱਖ ਨਹੀਂ ਤੇ ਦਾਲ ਦਾਸੀ ਦੇ ਹੱਥ ਮੋੜ ਭੇਜਦਾ। ਉਸ ਦਾ ਖਿਆਲ ਸੀ ਜੋ ਹਰ ਰੋਜ਼ ਦੀ ਭੁੱਖ ਨਹੀਂ ਦੀ ਖਬਰ ਕੀਰਾ ਨੂੰ ਪੁੱਜ ਜਾਵੇਗੀ ਤਾਂ ਦਿਲ ਵਿੱਚ ਸਮਝ ਬੈਠਾ ਸੀ ਜੋ ਇਹ ਸੁਣ ਕੇ ਉਹ ਫਿਕਰ ਕਰਨ ਲੱਗ ਪਵੇਗੀ ਤੇ ਆਪਣੇ ਕੋਲ ਸੱਦ ਕੇ ਖਾਣ ਤੇ ਜ਼ੋਰ ਦੇਵੇਗੀ। ਪਰ ਉਸ ਦੀ ਇਹ ਆਸ ਪੂਰੀ ਨਾ ਹੋਈ। ਦਿਨ ਬੀਤਦੇ ਗਏ, ਹਰ ਰੋਜ਼ ਇਉਂ ਹੀ ਹੁੰਦਾ, ਪਰ ਕੀਰਾ ਨੂੰ ਕੋਈ ਖਬਰ ਨਾ ਲੱਗੀ ਤੇ ਨੀਲਕੰਠਾ ਨੂੰ ਕਿਸੇ ਨੇ ਪੁੱਛਿਆ ਵੀ ਨਾ। ਜੋ ਕੁਝ ਬਚਦਾ ਦਾਸੀ ਆਪ ਹੀ ਚਟਮ ਕਰ ਜਾਂਦੀ। ਇਸ ਲਈ ਭੁੱਖ ਨਹੀਂ ਦੀ ਰਿਪੋਰਟ ਕੀਰਾ ਕੋਲ ਕਿਵੇਂ ਪੁੱਜਦੀ। ਇਸ ਉਦਾਸ ਦਸ਼ਾ ਵਿੱਚ ਦੀਵੇ ਨੂੰ ਬੁਝਾ ਕੇ ਆਪਣੀ ਕੋਠੀ ਦੇ ਅੰਦਰ ਮੰਜੇ 'ਤੇ ਲੰਮਾ ਪੈ ਸਿਰਹਾਣੇ ਵਿੱਚ ਸਿਰ ਦੇ ਕੇ ਢੇਰ ਚਿਰ ਰੋਂਦਾ ਰਹਿੰਦਾ। ਪਰ ਉੱਥੇ ਸੁਣਨ ਵਾਲਾ ਕੌਣ ਬੈਠਾ ਸੀ। ਲਾਚਾਰ ਨੀਂਦਰ ਹੀ ਤਰਸ ਖਾ ਕੇ ਮੇਟਰ ਨੂੰ ਬੱਚੇ ਨੂੰ ਆਪਣੀ ਗੋਦੀ ਵਿੱਚ ਸੁਆ ਲੈਂਦੀ। ਨੀਲਕੰਠਾ ਨੂੰ ਹੁਣ ਪੱਕਾ ਨਿਸ਼ਚਾ ਹੋ ਚੁੱਕਿਆ ਸੀ ਜੋ ਸਤੀਸ਼ ਨੇ ਹੀ ਉਸ ਦੇ ਵਿਰੁੱਧ ਜ਼ਹਿਰ ਉਗਲ ਕੇ ਕੀਰਾ ਦੇ ਮਨ ਨੂੰ ਉਸ ਵੱਲੋਂ ਮੋੜ ਦਿੱਤਾ ਹੈ। ਜਦ ਕਿਸੇ ਹੋਰ ਧਿਆਨ ਵਿੱਚ ਬੈਠੀ ਕੀਰਾ ਉਸ ਵੱਲ ਵੇਖਦੀ ਜਾਂ ਹੱਸ ਕੇ ਨਾ ਬੁਲਾਉਂਦੀ, ਤਦ ਬਸ ਉਸ ਨੂੰ ਇਹੋ ਸ਼ੁਬਾ ਹੁੰਦਾ ਜੋ ਸਤੀਸ਼ ਨੇ ਹੀ ਉਸ ਨੂੰ ਨਾਰਾਜ਼ ਕਰ ਦਿੱਤਾ ਹੈ। ਦਿਲੋਂ ਮਨੋਂ ਸਾਰਿਆਂ ਦੇਵਤਿਆਂ ਅੱਗੇ ਰੋ ਰੋ ਕੇ ਅਰਜ਼ੋਈਆਂ ਕਰਦਾ ਜੋ ਅਗਲੇ ਜਨਮ ਵਿੱਚ ਉਸ ਨੂੰ ਸਤੀਸ਼ ਬਣਾਉਣ ਤੇ ਸਤੀਸ਼ ਨੂੰ ਬ੍ਰਾਹਮਣ ਮੁੰਡਾ, ਤਾਂ ਜੋ ਉਹ ਬਦਲਾ ਲੈ ਸਕੇ। ਉਸ ਦਾ ਖਿਆਲ ਸੀ ਜੋ ਇੱਕ ਬ੍ਰਾਹਮਣ ਦਾ ਕ੍ਰੋਧ ਕਦੇ ਬਿਰਥਾ ਨਹੀਂ ਜਾਂਦਾ, ਪਰੰਤੂ ਸਰਾਪਾਂ ਦੀ ਅਗਨੀ ਨਾਲ ਜਿਤਨਾ ਵਧੀਕ ਉਹ ਸਤੀਸ਼ ਨੂੰ ਸਾੜਨਾ ਚਾਹੁੰਦਾ ਸੀ, ਉਤਨਾ ਹੀ ਵਧੀਕ ਉਸ ਦਾ ਆਪਣਾ ਹਿਰਦਾ ਤੁਖਦਾ ਤੇ ਦੇਵਰ ਭਾਬੀ ਦਾ ਕੁਝ ਵੀ ਨਾ ਵਿਗੜਦਾ। ਸਗੋਂ ਉਹਨਾਂ ਦੇ ਹਾਸੇ ਮਖੌਲ ਦੀ ਆਵਾਜ਼ ਸਦਾ ਕੰਨੀ ਪੈਂਦੀ। ਨੀਲਕੰਠਾ ਖੁੱਲ੍ਹ ਖੁੱਲ੍ਹਾ ਤਾਂ ਸਤੀਸ਼ ਨਾਲ ਆਪਣੀ ਦੁਸ਼ਮਣੀ ਪ੍ਰਗਟ ਕਰ ਨਹੀਂ ਸਕਦਾ ਸੀ, ਪਰੰਤੂ ਉਸ ਨੂੰ ਦੁੱਖ ਦੇਣ ਦੇ ਹਜ਼ਾਰਾਂ ਰਾਹ ਟੋਲਦਾ ਰਹਿੰਦਾ। ਜਦੋਂ ਸਤੀਸ਼ ਦਰਿਆ ਵਿੱਚ ਇਸ਼ਨਾਨ ਲਈ ਵੜਦਾ ਤੇ ਘਾਟ ਉੱਤੇ ਸਾਬਣ ਦੀ ਚਾਕੀ ਰੱਖ ਜਾਂਦਾ ਤਾਂ ਵਾਪਸੀ ਤੇ ਉਹ ਨਾ ਲੱਭਦੀ। ਇੱਕ ਵਾਰੀ ਉਸਨੇ ਆਪਣੀ ਕਮੀਜ਼ ਦਰਿਆ ਵਿੱਚ ਆਪਣੇ ਲਾਗੇ ਰੁੜਦੀ ਵੇਖੀ। ਉਸਨੇ ਤਾਂ ਇਹੋ ਸਮਝਿਆ ਜੋ ਹਵਾ ਦੇ ਝੋਲੇ ਨੇ ਉਡਾ ਕੇ ਦਰਿਆ ਵਿੱਚ ਸੁੱਟ ਪਾਈਏ, ਪਰੰਤੂ ਅਸਲ ਵਿੱਚ ਇਹਨਾਂ ਘਟਨਾਵਾਂ ਦਾ ਕਾਰਨ ਨੀਲਕੰਠਾ ਹੀ ਸੀ। ਇੱਕ ਰੋਜ਼ ਕੀਰਾ ਸਤੀਸ਼ ਨੂੰ ਵੀ ਨੀਲਕੰਠਾ ਦੇ ਰਾਗ ਨਾਲ ਪ੍ਰਸੰਨ ਕਰਨਾ ਚਾਹੁੰਦੀ ਸੀ, ਸੋ ਮੁੰਡੇ ਨੂੰ ਬੁਲਾਇਆ ਗਿਆ, ਪਰ ਉਦਾਸ ਮੂੰਹ ਚੁੱਪ ਚਪੀਤਾ ਖਲੋਤਾ ਰਿਹਾ। ਹੈਰਾਨ ਹੋ ਕੇ ਕੀਰਾ ਨੇ ਉਸ ਨੂੰ ਪੁੱਛਿਆ ਜੋ ਕੀ ਗੱਲ ਏ, ਪਰ ਉਸਨੇ ਕੋਈ ਉੱਤਰ ਨਾ ਦਿੱਤਾ। ਜਦੋਂ ਉਸ ਭਜਨ ਦੇ ਗਾਉਣ ਲਈ ਆਖਿਆ ਜਿਸ ਨੂੰ ਸੁਣ ਕੇ ਉਹ ਡਾਢੀ ਪ੍ਰਸੰਨ ਹੋਇਆ ਕਰਦੀ ਸੀ, ਤਾਂ ਉਹ ਆਖ ਕੇ ਮੈਨੂੰ ਚੇਤੇ ਨਹੀਂ ਟੁਰਦਾ ਹੋਇਆ। ਅੰਤ ਉਹ ਸਮਾਂ ਆ ਗਿਆ ਜਦੋਂ ਇਸ ਟੱਬਰ ਨੇ ਘਰ ਨੂੰ ਮੁੜਨਾ ਸੀ। ਸਾਰੇ ਆਪੋ ਆਪਣਾ ਅਸਬਾਬ ਬੰਦ ਕਰਨ ਵਿੱਚ ਰੁੱਝੇ ਹੋਏ ਨੇ। ਸਤੀਸ਼ ਨੇ ਵੀ ਨਾਲ ਜਾਣਾ ਸੀ, ਪਰੰਤੂ ਨੀਲਕੰਠਾ ਨੂੰ ਕਿਸੇ ਨਾ ਪੁੱਛਿਆ। ਐਉਂ ਜਾਪਦਾ ਸੀ ਜੋ ਕਿਸੇ ਨੂੰ ਇਸ ਗੱਲ ਦੀ ਲੋੜ ਸੀ, ਪ੍ਰਤੀਤ ਹੀ ਨਹੀਂ ਹੋਈ ਜੋ ਉਸ ਬਾਬਤ ਕੁਝ ਸੋਚੇ ਜਾਂ ਆਖੇ। ਪਰ ਅਸਲ ਵਿੱਚ ਕੀਰਾ ਨੇ ਇਹ ਗੱਲ ਛੇੜੀ ਤਾਂ ਜ਼ਰੂਰ ਸੀ, ਪਰੰਤੂ ਦੇਵਰ ਸੱਸ ਤੇ ਪਤੀ ਨੇ ਇਤਨੀ ਵਿਰੋਧਤਾ ਕੀਤੀ ਕਿ ਜੋ ਸਵਾਈ ਚੁੱਪ ਹੋ ਰਹਿਣ ਦੀ ਹੋਰ ਕੋਈ ਚਾਰਾ ਹੀ ਨਹੀਂ ਸੀ ਸੁੱਝਦਾ। ਤੁਰਨ ਤੋਂ 2-4 ਦਿਨ ਪਹਿਲਾਂ ਉਸ ਨੇ ਮੁੰਡੇ ਨੂੰ ਬੁਲਾਇਆ ਤੇ ਪਿਆਰ ਨਾਲ ਉਸ ਨੂੰ ਆਪਣੇ ਘਰ ਜਾਣ ਦੀ ਮੱਤ ਦਿੱਤੀ। ਇਤਨੀ ਮੁੱਦਤ ਜੋ ਉਸ ਦੀ ਕਿਸੇ ਨੇ ਸਾਰ ਨਹੀਂ ਲਿੱਤੀ ਸੀ, ਅੱਜ ਇੰਨਾ ਪਿਆਰ ਭਰੇ ਬਚਨਾਂ ਨੂੰ ਸੁਣ ਕੇ ਉਸ ਦੀਆਂ ਅੱਥਰੂ ਫੁੱਟ ਆਈਆਂ। ਉਹ ਟਾਹ ਮਾਰ ਕੇ ਰੋਣ ਲੱਗ ਪਿਆ। ਕੀਰਾ ਦੇ ਨੇਤਰ ਵੀ ਭਰ ਆਏ। ਦਿਲ ਵਿੱਚ ਉਹ ਉਸ ਦੇ ਨਾਲ ਇਤਨਾ ਮੋਹ ਪਾਉਣ ਲਈ ਪਛਤਾਉਂਦੀ ਸੀ। ਨਾ ਮੋਹ ਹੁੰਦਾ ਤੇ ਨਾ ਵਿਛੜਨ ਵੇਲੇ ਇਤਨਾ ਕਲੇਸ਼ ਹੁੰਦਾ। ਨੀਲਕੰਠਾ ਦੇ ਇਸ ਤਰ੍ਹਾਂ ਅਥਰੂ ਡੇਗਣ ਤੇ ਚੀਕਣ ਤੇ ਸਤੀਸ਼ ਨੂੰ ਡਾਢਾ ਕਰੋਧ ਚੜਿਆ ਤੇ ਉੱਚੀ ਜੀ ਆਖਿਆ, ਇਸ ਮੂਰਖ ਨੇ ਗੱਲ ਕਰਨ ਦੀ ਥਾਂ ਟੌਂ ਟੌਂ ਕਾਹਦੇ ਲਈ ਲਾਈ ਹੋਈ ਏ। ਕੀਰਾ ਨੇ ਇਹ ਸੁਣ ਕੇ ਦੇਵਰ ਨੂੰ ਝਿੜਕਿਆ ਤਾਂ ਉਸ ਦੇ ਉੱਤਰ ਵਿੱਚ, ਮੇਰੀ ਪਿਆਰੀ ਭਾਬੀ, ਤੁਸੀਂ ਇਤਨੇ ਨੇਕ ਤੇ ਛੇਤੀ ਇਤਬਾਰ ਕਰਨ ਵਾਲੇ ਹੋ ਜੋ ਤੁਸੀਂ ਇਹਨਾਂ ਫਰੇਬੀਆਂ ਦੀਆਂ ਚਾਲਾਂ ਨੂੰ ਨਹੀਂ ਸਮਝਦੇ। ਰੱਬ ਜਾਣੇ ਇਹ ਮੁੰਡਾ ਕਿੱਥੋਂ ਆਇਆ ਏ। ਇੱਥੇ ਰਾਜਿਆਂ ਵਾਂਗ ਇਸ ਦੀ ਖਾਤਰ ਹੁੰਦੀ ਰਹੀ। ਕੁਦਰਤੀ ਗੱਲ ਏ
ਕਿ ਸ਼ੇਰ ਮੁੜ ਚੂਹਾ ਬਣਨਾ ਨਹੀਂ ਚਾਹੁੰਦਾ ਤੇ ਇਸ ਨੂੰ ਪਤਾ ਲੱਗ ਗਿਆ ਜੋ ਇਸ ਦੇ ਇੱਕ ਦੋ ਅਥਰੂ ਕੇਰ ਨਾਲ ਤੁਹਾਡਾ ਦਿਲ ਪਿਘਲ ਜਾਵੇਗਾ। ਬਸ ਇਹ ਪਾਣੀ ਵਗਾਉਣਾ ਇਸ ਲਈ ਏ। ਨੀਲਕੰਠਾ ਛੇਤੀ ਛੇਤੀ ਕਮਰੇ ਤੋਂ ਬਾਹਰ ਚਲਾ ਗਿਆ। ਜੇ ਕਦੇ ਉਹ ਛੁਰੀ ਹੁੰਦਾ ਤਾਂ ਸਤੀਸ਼ ਦੇ ਟੋਟੇ ਟੋਟੇ ਕਰ ਦਿੰਦਾ, ਜੇ ਸੂਈ ਹੁੰਦਾ ਤਾਂ ਉਸਦੇ ਸਾਰੇ ਸਰੀਰ ਵਿੱਚ ਚੁੱਭ ਚੁੱਭ ਕੇ ਮੋਹਰੀਆਂ ਕਰ ਦਿੰਦਾ, ਜੇ ਅਗਨੀ ਹੁੰਦਾ ਤਾਂ ਉਸ ਨੂੰ ਸਾੜ ਕੇ ਸੁਆਹ ਕਰ ਦਿੰਦਾ। ਪਰੰਤੂ ਸਤੀਸ਼ ਦਾ ਵਾਲ ਵੀ ਵਿੰਗਾ ਨਾ ਹੋਇਆ ਤੇ ਉਸਦਾ ਆਪਣਾ ਦਿਲ ਹੀ ਸੜ ਸੜ ਕੇ ਧੁੱਖ ਧੁੱਖ ਕੇ ਕੋਲਾ ਹੁੰਦਾ ਰਿਹਾ। ਕਲਕੱਤੇ ਤੋਂ ਸਤੀਸ਼ ਨੇ ਆਪਣੇ ਨਾਲ ਇੱਕ ਸੋਹਣੀ ਦਵਾਤ ਲਿਆਂਦੀ ਸੀ। ਇਹ ਸਿੱਪ ਦੀ ਬੇੜੀ ਵਿੱਚ ਜੜੀ ਹੋਈ ਸੀ, ਜਿਸ ਨੂੰ ਚਾਂਦੀ ਦੀ ਬੱਥਕ ਜਿਸ ਨੇ ਕਲਮ ਚੁੱਕੀ ਹੋਈ ਸੀ ਖਿੱਚਦੀ ਸੀ। ਸਤੀਸ਼ ਨੂੰ ਇਹ ਦਵਾਤ ਬੜੀ ਪਿਆਰੀ ਲੱਗਦੀ ਸੀ ਤੇ ਇਸ ਕਰਕੇ ਹਰ ਰੋਜ਼ ਆਪਣੇ ਪੁਰਾਣੇ ਰੇਸ਼ਮੀ ਰੁਮਾਲ ਨਾਲ ਇਸ ਨੂੰ ਸਾਫ਼ ਕਰਦਾ ਸੀ। ਕੀਰਾ ਇਹ ਦੇਖ ਕੇ ਹੱਸ ਪੈਂਦੀ ਤੇ ਚਾਂਦੀ ਦੀ ਬੱਥਕ ਦੀ ਚੁੰਝ ਉੱਤੇ ਹੱਥ ਫੇਰ ਕੇ ਨਾਲ ਦਮਯੰਤੀ ਦੀ ਕਹਾਣੀ, ਜਿਸ ਵਿੱਚ ਬੱਥਕ ਦਾ ਕੰਮ ਇੱਕ ਦੂਜੇ ਨੂੰ ਸੁਨੇਹੇ ਪਹੁੰਚਾਉਣਾ ਸੀ, ਚੇਤੇ ਕਰਵਾ ਕੇ ਉਸ ਨਾਲ ਮਖੌਲ ਕਰਦੀ ਰਹਿੰਦੀ। ਟੁਰਨ ਤੋਂ ਇੱਕ ਦਿਨ ਪਹਿਲਾਂ ਦਵਾਤ ਗੁੰਮ ਸੀ ਤੇ ਬਹਤੇਰੀ ਢੋਲ ਭਾਲ ਮਗਰੋਂ ਵੀ ਨਾ ਲੱਭੀ। ਕੀਰਾ ਨੇ ਹੱਸਦੇ ਹੋਏ ਆਖਿਆ, ਬੀਬਾ ਤੇਰੀ ਬੱਥਕ ਤੇਰੀ ਦਮਯੰਤੀ ਦੀ ਖਬਰ ਲੈਣ ਨੂੰ ਉੱਡ ਗਈ ਏ। ਪਰੰਤੂ ਸਤੀਸ਼ ਡਾਢੇ ਕ੍ਰੋਧ ਵਿੱਚ ਸੀ। ਉਸਨੂੰ ਪੱਕਾ ਨਿਸ਼ਚਾ ਸੀ ਜੋ ਇਹ ਕਾਰਾ ਨੀਲਕੰਠਾ ਦਾ ਹੀ ਹੈ। ਕਈਆਂ ਨੇ ਅਗਵਾਈ ਵੀ ਦਿੱਤੀ ਜੋ ਪਿਛਲੀ ਰਾਤ ਉਸਨੇ ਐਸੇ ਨੂੰ ਸਤੀਸ਼ ਦੇ ਕਮਰੇ ਦੇ ਆਲੇ ਦੁਆਲੇ ਘੁੰਮਦੇ ਵੇਖਿਆ ਏ। ਇਹ ਸੁਣ ਕੇ ਸਤੀਸ਼ ਅਪਰਾਧੀ ਨੂੰ ਕੀਰਾਂ ਦੇ ਰੂਬਰੂ ਘਸੀਟ ਕੇ ਲੈ ਆਇਆ ਤੇ ਕੜਕ ਕੇ ਆਖਣ ਲੱਗਾ, ਓਏ ਚੋਰਾ, ਤੂੰ ਹੀ ਮੇਰੀ ਛੁਪਾਈ ਏ। ਜੇ ਜਾਨ ਲੋੜੀਦੀ ਆ ਤਾਂ ਐਸੇ ਵੇਲੇ ਦਵਾਤ ਲਿਆ ਦੇ। ਜਦੋਂ ਸ਼ਰਤ ਉਸ ਨੂੰ ਮਾਰਦਾ ਹੁੰਦਾ ਸੀ ਤਾਂ ਭਾਵੇਂ ਉਸ ਦਾ ਅਪਰਾਧ ਹੋਵੇ ਜਾਂ ਨਾ, ਚੁੱਪ ਚਪੀਤੇ ਉਹ ਮਾਰ ਖਾ ਲੈਂਦਾ ਸੀ। ਪਰੰਤੂ ਅੱਜ ਜਦੋਂ ਕੀਰਾਂ ਦੇ ਸਾਹਮਣੇ ਉਸ ਨੂੰ ਚੋਰ ਆ ਕੇ ਸੱਦਿਆ ਗਿਆ, ਉਸ ਦੀਆਂ ਅੱਖਾਂ ਲਾਲ ਅੰਗਿਆਰਿਆਂ ਵਾਂਗ ਭਖ ਗਈਆਂ, ਮੂੰਹ ਕ੍ਰੋਧ ਦੇ ਨਾਲ ਲਾਲ ਸੁਰਖ ਹੋ ਗਿਆ, ਛਾਤੀ ਧੜਕਣ ਲੱਗ ਪਈ, ਪਰ ਗਲਾ ਰੁਕ ਗਿਆ ਤੇ ਕੁਝ ਬੋਲ ਨਾ ਸਕਿਆ। ਜੇ ਸਤੀਸ਼ ਇੱਕ ਅੱਖਰ ਵੀ ਹੋਰ ਮੂੰਹੋਂ ਕੱਢਦਾ ਤਾਂ ਖਬਰੇ ਜੰਗਲੀ ਬਿੱਲੀ ਵਾਂਗ ਉਸ 'ਤੇ ਟੁੱਟੀ ਪੈਂਦਾ ਤੇ ਪੰਜੇ ਦੀ ਥਾਂ ਨਹੁੰ ਹੀ ਵਰਤ ਲੈਂਦਾ। ਕੀਰਾਂ ਨੂੰ ਇਹ ਵੇਖ ਕੇ ਵੱਡਾ ਦੁੱਖ ਹੋਇਆ ਤੇ ਮੁੰਡੇ ਨੂੰ ਵੱਖਰੇ ਕਮਰੇ ਵਿੱਚ ਲਿਜਾ ਕੇ ਪਿਆਰ ਨਾਲ ਆਖਿਆ, ਨੀਲ, ਜੇ ਕਦੇ ਸੱਚਮੁੱਚ ਤੂੰ ਹੀ ਉਹ ਦਵਾਤ ਲੀਤੀ ਏ ਤਾਂ ਮੈਨੂੰ ਝਟਪਟ ਦੇ ਦੇ। ਮੈਂ ਜ਼ਿੰਮੇਵਾਰ ਹਾਂ। ਜੇ ਕਿਸੇ ਨੂੰ ਇਸ ਗੱਲ ਦਾ ਪਤਾ ਵੀ ਨਹੀਂ ਲੱਗੇਗਾ। ਮੋਟੇ ਮੋਟੇ ਅਥਰੂ ਨੇਤਰਾਂ ਵਿੱਚੋਂ ਨਿਕਲ ਕੇ ਮੁੰਡੇ ਦੀਆਂ ਗੱਲਾਂ ਉੱਤੇ ਵਗ ਟੁਰੇ ਤੇ ਦੋਵੇਂ ਹੱਥਾਂ ਨਾਲ ਆਪਣੇ ਮੂੰਹ ਨੂੰ ਢੱਕ ਕੇ ਉਹ ਢਾਹਾਂ ਮਾਰ ਕੇ ਰੋਣ ਲੱਗ ਪਿਆ। ਬਸ ਕੀਰਾਂ ਨੂੰ ਪੱਕਾ ਨਿਸ਼ਚਾ ਹੋ ਗਿਆ ਤੇ ਕਮਰੇ ਵਿੱਚ ਬਾਹਰ ਆ ਕੇ ਆਖਣ ਲੱਗੀ, ਮੈਨੂੰ ਪੂਰਾ ਨਿਸ਼ਚਾ ਹੈ ਜੋ ਇਹ ਦਵਾਤ ਨੀਲਕੰਠਾ ਨੇ ਨਹੀਂ ਲਈ। ਦੂਜੇ ਪਾਸੇ ਸ਼ਰਤ ਤੇ ਸਤੀਸ਼ ਆਪਣੀ ਗੱਲ ਉੱਤੇ ਅੜੇ ਹੋਏ ਸਨ ਤੇ ਕਹਿੰਦੇ ਸਨ ਜੋ ਉਸ ਦੇ ਬਿਨਾਂ ਇਹ ਹੋਰ ਕਿਸੇ ਦਾ ਕੰਮ ਹੀ ਨਹੀਂ। ਸ਼ਰਤ ਵਕੀਲਾਂ ਵਾਂਗ ਮੁੰਡੇ ਤੇ ਜਰਾ ਕਰਕੇ ਫਿਰ ਪੁੱਛਗਿੱਛ ਕਰਨਾ ਚਾਹੁੰਦਾ ਸੀ, ਪਰ ਕੀਰਾਂ ਨੇ ਇਹ ਕੰਮ ਤੋਂ ਰੋਕ ਦਿੱਤਾ। ਫਿਰ ਉਸਨੇ ਸਲਾਹ ਕੀਤੀ ਜੋ ਉਸਦੀ ਕੋਠੜੀ ਤੇ ਬਕਸ ਦੀ ਤਲਾਸ਼ੀ ਲਿੱਤੀ ਜਾਵੇ, ਪਰ ਕੀਰਾਂ ਨੇ ਸਾਫ਼-ਸਾਫ਼ ਸੁਣਾ ਦਿੱਤਾ, ਜੇ ਕਦੇ ਤੁਸਾਂ ਨੇ ਇਹ ਕੰਮ ਕੀਤਾ ਤਾਂ ਜੀਂਦੇ ਜੀ ਮੈਂ ਤੁਹਾਨੂੰ ਖਿਮਾ ਨਹੀਂ ਕਰਾਂਗੀ। ਗਰੀਬ ਬੇਦੋਸ਼ੇ ਮੁੰਡੇ ਦੀ ਇਸ ਤਰ੍ਹਾਂ ਮੈਂ ਤਲਾਸ਼ੀ ਨਹੀਂ ਲੈਣ ਦੇਵਾਂਗੀ। ਇਹ ਗੱਲ ਆਖਦੇ ਹੀ ਉਸਦੇ ਨੇਤਰਾਂ ਨਾਲ ਜਲ ਆ ਗਿਆ। ਬਸ ਇਹ ਵੇਖ ਕੇ ਫਿਰ ਕਿਸੇ ਨੂੰ ਹਿੱਯਾ ਨਾ ਪਿਆ ਜੋ ਮੁੰਡੇ ਨੂੰ ਹੋਰ ਤੰਗ ਕਰੇ। ਮੇਟਰ ਮੁੰਡੇ ਨਾਲ ਇਹ ਸਲੂਕ ਹੁੰਦਾ ਵੇਖ ਕੇ ਕੀਰਾਂ ਦਾ ਜੀ ਭਰ ਆਇਆ। ਉਸਨੇ 2 ਨਵੇਂ ਜੋੜੇ ਕੱਪੜਿਆਂ ਦੇ ਤੇ ਇੱਕ ਜੁੱਤੀ ਦਾ ਜੋੜਾ ਉਸ ਲਈ ਮੰਗਾਇਆ ਤੇ ਉਹਨਾਂ ਚੀਜ਼ਾਂ ਤੋਂ ਛੁੱਟ 10 ਰੁਪਏ ਦਾ ਇੱਕ ਨੋਟ ਲੈ ਕੇ ਸੰਧਿਆ ਦੇ ਵੇਲੇ ਉਹ ਚੁੱਪ ਚਪੀਤੀ ਨੀਲਕੰਠਾ ਦੀ ਕੋਠੜੀ ਵਿੱਚ ਚਲੀ ਗਈ। ਉਹ ਇਹ ਵਿਛੜਨ ਦੇ ਸਮੇਂ ਦੀਆਂ ਸੁਗਾਤਾਂ ਉਸ ਬਕਸ ਵਿੱਚ ਰੱਖਣਾ ਚਾਹੁੰਦੀ ਸੀ ਜੋ ਕਿ ਉਸੇ ਨੇ ਹੀ ਮੁੰਡੇ ਨੂੰ ਦਿੱਤਾ ਸੀ, ਤਾਂ ਜੋ ਨੀਲਕੰਠਾ ਬਕਸ ਨੂੰ ਖੋਲ੍ਹੇ ਉਹ ਹੈਰਾਨ ਹੋ ਜਾਵੇ ਇਹ ਚੀਜ਼ਾਂ ਕਿੱਥੋਂ ਆ ਗਈਆਂ। ਕੀਰਾਂ ਨੇ ਆਪਣੀਆਂ ਕੁੰਜੀਆਂ ਦੇ ਗੁੱਛੇ ਦੀ ਇੱਕ ਚਾਬੀ ਜੰਦਰੇ ਨੂੰ ਲਾ ਕੇ ਹੌਲੀ ਜਿਹੀ ਬਕਸ ਨੂੰ ਖੋਲ੍ਹਿਆ, ਪਰੰਤੂ ਇਹ ਇੱਧਰ ਉੱਧਰ ਦੀਆਂ ਚੀਜ਼ਾਂ ਨਾਲ ਭਰਿਆ ਹੋਇਆ ਸੀ ਜੋ ਨਵੀਆਂ ਚੀਜ਼ਾਂ ਮਿਟਦੀਆਂ ਨਹੀਂ ਸਨ। ਇਸ ਲਈ ਉਸਨੇ ਸਾਰੀਆਂ ਚੀਜ਼ਾਂ ਨੂੰ ਬਾਹਰ ਕੱਢ ਕੇ ਨਵੇਂ ਸਿਰਿਓਂ ਬਕਸ ਨੂੰ ਬੰਦ ਕਰਨ ਦੀ ਸਲਾਹ ਕੀਤੀ। ਪਹਿਲਾਂ ਤਾਂ ਚਾਕੂ, ਲਾਟੂ, ਪਤੰਗਾਂ, ਉਡਾਣ ਦੀਆਂ ਰੀਲਾਂ, ਸ਼ੀਸ਼ੇ ਦੇ ਟੋਟੇ ਜਿਹੀਆਂ ਹੋਰ ਚੀਜ਼ਾਂ ਜਿਹੜੀਆਂ ਮੁੰਡਿਆਂ ਨੂੰ ਚੰਗੀਆਂ ਲੱਗਦੀਆਂ ਹਨ ਨਿਕਲੀਆਂ। ਇਹਨਾਂ ਵਿੱਚ ਧੋਤੇ ਹੋਏ ਤੇ ਮੈਲੇ ਕੱਪੜੇ ਪਏ ਸਨ ਤੇ ਸਾਰਿਆਂ ਦੇ ਤਲੇ ਉੱਤੇ ਗੁੰਮੀ ਹੋਈ ਦਵਾਤ ਬੱਥਕ ਬੇੜੀ ਸਮੇਤ ਪਈ ਸੀ। ਕੀਰਾਂ ਦਵਾਤ ਨੂੰ ਵੇਖ ਕੇ ਹੈਰਾਨ ਹੋ ਗਈ। ਉਸ ਨੂੰ ਹੱਥ ਵਿੱਚ ਲੈ ਕੇ ਸੋਚਾਂ ਵਿੱਚ ਪੈ ਗਈ। ਠੀਕ ਉਸੇ ਸਮੇਂ ਪਿਛਲੇ ਪਾਸਿਓਂ ਨੀਲਕੰਠਾ ਕੋਠੜੀ ਦੇ ਅੰਦਰ ਵੜਿਆ, ਪਰ ਕੀਰਾਂ ਉਸ ਨੂੰ ਵੇਖ ਨਾ ਸਕੀ। ਮੁੰਡੇ ਨੇ ਸਭ ਕੁਝ ਵੇਖ ਲਿੱਤਾ ਤੇ ਸਮਝਿਆ ਜੋ ਕੀਰਾਂ ਉਸ ਦੀ ਚੋਰੀ ਨੂੰ ਪਕੜਨ ਲਈ ਹੀ ਚੋਰੀ ਉਸ ਦੀ ਕੋਠੜੀ ਵਿੱਚ ਆਈ ਹੈ। ਇਸ ਤਰ੍ਹਾਂ ਉਸ ਦਾ ਪਾਜ ਉਗੜ ਗਿਆ ਹੈ। ਹੁਣ ਉਹ ਕਿਵੇਂ ਉਸ ਦੇਵੀ ਨੂੰ ਨਿਸ਼ਚੇ ਕਰਾ ਸਕਦਾ ਸੀ ਜੋ ਉਹ ਚੋਰ ਨਹੀਂ ਸੀ। ਕੇਵਲ ਸਤੀਸ਼ ਤੋਂ ਬਦਲਾ ਲੈਣ ਲਈ ਉਸਨੇ ਦਵਾਤ ਲੀਤੀ ਤੇ ਮੌਕਾ ਪਾ ਕੇ ਦਰਿਆ ਵਿੱਚ ਸੁੱਟਣ ਦਾ ਖਿਆਲ ਰੱਖਦਾ ਹੈ। ਉਸ ਦਾ ਦਿਲ ਚੀਖ ਸੁੱਟਿਆ, ਮੈਂ ਚੋਰ ਨਹੀਂ ਹਾਂ, ਚੋਰ ਨਹੀਂ ਹਾਂ। ਫਿਰ ਉਹ ਕੀ ਸੀ? ਉਹ ਕੀ ਆਖ ਸਕਦਾ ਸੀ? ਜੋ ਉਸਨੇ ਦਵਾਤ ਛਪਾਈ ਤਾਂ ਹੈ ਪਰ ਚੋਰ ਨਹੀਂ ਹੈ। ਉਹ ਕਦੇ ਕੀਰਾਂ ਨੂੰ ਨਿਸ਼ਚੇ ਨਹੀਂ ਕਰਾ ਸਕਦਾ ਸੀ। ਜੇ ਉਸ ਨੂੰ ਟਪਲਾ ਲੱਗਾ ਜੋ ਚੋਰ ਹੈ ਇਸ ਤੋਂ ਛੁੱਟ ਉਹ ਕਿਵੇਂ ਸਹਾਰ ਸਕਦਾ ਸੀ।
ਜੋ ਕੀਰਾ ਨੇ ਚੋਰ ਸਮਝ ਲਈ ਉਸ ਬਕਸ ਦੀ ਤਲਾਸ਼ੀ ਲਿੱਤੀ ਹੈ। ਹੁਣ ਕੀਰਾਂ ਦੀ ਸੁਣੋ। ਇੱਕ ਲੰਮਾ ਹੌਕਾ ਭਰ ਕੇ ਦੁਆਤ ਨੂੰ ਉਸੇ ਤਰ੍ਹਾਂ ਬਕਸ ਵਿੱਚ ਰੱਖ ਦਿੱਤਾ ਜਿਵੇਂ ਉਹ ਆਪ ਹੀ ਚੋਟੀ ਸੀ। ਫਿਰ ਉਸ ਨੂੰ ਕੱਪੜਿਆਂ ਅਤੇ ਖਿਡੌਣਿਆਂ ਨਾਲ ਅੱਗੇ ਵਾਂਗ ਹੀ ਢੱਕ ਦਿੱਤਾ। ਇਹਨਾਂ ਸਾਰੀਆਂ ਚੀਜ਼ਾਂ ਉੱਤੇ 10 ਰੁਪਏ ਦਾ ਨੋਟ ਤੇ ਨਵੀਆਂ ਸੁਗਾਤਾਂ ਰੱਖ ਕੇ ਬਕਸ ਨੂੰ ਬੰਦ ਕਰ ਦਿੱਤਾ। ਦੂਜੇ ਪਲਕ ਮੁੰਡਾ ਕਿਧਰੇ ਵੀ ਨਾ ਲੱਭੇ। ਪਿੰਡ ਵਾਲਿਆਂ ਨੂੰ ਪੁੱਛਿਆ, ਉਹਨਾਂ ਨੇ ਕਿਧਰੇ ਨਹੀਂ ਸੀ ਵੇਖਿਆ। ਪੁਲਿਸ ਨੂੰ ਖਬਰ ਦਿੱਤੀ ਪਰ ਕੋਈ ਪਤਾ ਨਾ ਚੱਲਿਆ। ਸ਼ਰਤ ਨੇ ਆਖਿਆ, ਲਓ ਹੁਣ ਤਾਂ ਉਹ ਚਲਾ ਗਿਆ ਹੈ, ਆਓ ਜਰਾ ਕੁ ਉਸ ਦੇ ਬਕਸ ਨੂੰ ਤਾਂ ਵੇਖ ਲਈਏ। ਪਰੰਤੂ ਕੀਰਾ ਅੱਗੇ ਵਾਂਗ ਹੀ ਆਪਣੀ ਜਿੱਦ 'ਤੇ ਅੜੀ ਰਹੀ ਤੇ ਬਕਸ ਨੂੰ ਹੱਥ ਵੀ ਨਾ ਲਾਉਣ ਦਿੱਤਾ। ਹਾਂ, ਸਮਾਂ ਪਾ ਕੇ ਬਕਸ ਨੂੰ ਆਪਣੇ ਕਮਰੇ 'ਚ ਮੰਗਾ ਕੇ ਦੁਆਤ ਕੱਢ ਕੇ ਉਸਨੇ ਦਰਿਆ ਵਿੱਚ ਸੁੱਟ ਦਿੱਤੀ। ਸਾਰਾ ਟੱਬਰ ਘਰ ਚਲਾ ਗਿਆ। ਇੱਕ ਦਿਨ ਵਿੱਚ ਹੀ ਬਾਗ ਸੁੰਝਾ ਹੋ ਗਿਆ। ਬਸ ਉੱਥੇ ਰਹਿ ਗਿਆ ਨੀਲਕੰਠ ਦਾ ਕੁੱਤਾ, ਜਿਹੜਾ ਦਰਿਆ ਦੇ ਕੰਢੇ ਭੌਂਕਦਾ ਤੇ ਚੀਕਦਾ ਫਿਰਦਾ ਸੀ, ਮਾਨੋ ਵਿਛੋੜੇ ਵਿੱਚ ਤੜਪ ਤੜਪ ਕੇ ਇਸ ਦੀ ਜਾਨ ਨਿਕਲਣ ਲੱਗੀ ਹੈ। ਲਿਖਤ ਰਵਿੰਦਰ ਨਾਥ ਟੈਗੋਰ, ਅਨੁਵਾਦ ਬਲਵੰਤ ਸਿੰਘ ਚਤਰਥ, ਆਵਾਜ਼ ਜੱਸੀ ਸੰਧੂ। ਫਿਰ ਮਿਲਦੇ ਹਾਂ ਇੱਕ ਬਹੁਤ ਹੀ ਪਿਆਰੀ ਕਹਾਣੀ ਦੇ ਨਾਲ। ਤਦ ਤੱਕ ਲਈ ਰੱਬ ਰਾਖਾ।